1000 ਰੁਪਇਆ ਘਟੇ ਦੇ ਉੱਤੇ ਖਰਚਾ ਹੁੰਦਾ। ਅੱਛਾ ਤੇ 3 ਮਹੀਨੇ ਬਾਅਦ ਮਾਲਕ ਨੂੰ ਕੀ ਦੇਈ ਜਾਂਦਾ? 3 ਮਹੀਨੇ ਬਾਅਦ ਕੱਟਾ ਕੀ ਨਾਲ ਇਹਦਾ 20-25 ਹਜ਼ਾਰ ਰੁਪਇਆ ਮਾਲਕ ਨੂੰ ਦੇਈ ਜਾਂਦਾ। ਮਾਸ਼ਾਅੱਲਾ। ਯਾਨੀ ਕਿ ਕਿਸੇ ਦਾ ਨਹੀਂ ਪਤਾ, ਲੋਕ ਕਹਿੰਦੇ ਨੇ ਕਿ ਨਹੀਂ ਬਚਦੇ ਜਾਂ ਇੰਜੇ ਜਾਂ ਉਂਜੇ। ਮੈਨੂੰ ਕੀ ਨਾਲ ਇਹਦਾ 20-22 ਹਜ਼ਾਰ ਰੁਪਇਆ 25 ਹਜ਼ਾਰ ਰੁਪਇਆ 3 ਮਹੀਨੇ ਦੇ ਵਿੱਚ ਬਚਣ ਦਿਆ। ਮਾਸ਼ਾਅੱਲਾ ਤਜਰਬਾ ਹੈ ਉਹਨਾਂ ਦੇ ਵਿੱਚ, ਕਰ ਸਕਦੇ ਨੇ, ਆਪ ਹੀ ਤਵੱਜੋ ਦੇ ਸਕਦੇ ਨੇ, ਟਿਕ ਕੇ ਕੰਮ ਕਰ ਸਕਦੇ ਨੇ, ਫੇਰ ਕਰਨ ਇਹਦੇ ਵਰਗਾ ਕੰਮ ਕੋਈ ਨਹੀਂ ਹੈ। ਜੇ ਤੁਸੀਂ ਕੀ ਨਾਂ ਲਈਦਾ, ਹੁਣ ਤੁਸੀਂ ਕਹਿਣਾ ਗੱਲ ਨੂੰ ਲੰਮੀ ਕਰਤਾ, ਤੁਸੀਂ 20 ਤੋਂ 22 ਤੋਂ 25 ਲੱਖ ਰੁਪਇਆ ਲਾ ਕੇ ਬਾਹਰ ਜਾਣਾ ਯੂਰਪ ਮੁਲਕ 'ਚ ਕਿਲੇ, ਫਿਰ ਘਰ ਬਹਿ ਕੇ 4-5 ਲੱਖ ਰੁਪਏ ਤੋਂ ਸਟਾਰਟ ਕਰਕੇ ਤੁਸੀਂ ਆਪਣੇ ਘਰਦਿਆਂ ਦੇ ਵਿੱਚ ਰਹਿ ਕੇ ਤੁਸੀਂ ਕੰਮ ਕਰ ਸਕਦੇ ਹੋ ਤੇ ਪ੍ਰੋਫਿਟ ਵੀ ਅੱਛੀ ਖਾਸੀ ਤੁਹਾਨੂੰ ਆਏਗੀ। ਇਹ ਨਹੀਂ ਕਿ ਤੁਸੀਂ ਬਾਹਰ ਯੂਰਪ ਦੇ ਵਿੱਚ ਜਾ ਕੇ ਧੱਕੇ ਖਾਓ, ਲੋਕਾਂ ਦੀਆਂ ਮਜ਼ਦੂਰੀਆਂ ਕਰੋ, ਨਾਲ ਗੱਲਾਂ ਸੁਣੋ ਤੇ ਫਿਰ ਤੁਸੀਂ ਮਿਹਨਤ ਕਰੋ। ਉਹ ਕੋਈ ਨਹੀਂ, ਤੁਸੀਂ ਘਰ ਦੇ ਵਿੱਚ ਰਹਿ ਕੇ 3-4 ਲੱਖ ਨਾਲ ਕਮਾਈ ਕਰ ਸਕਦੇ ਹੋ। ਕੁਛ ਵੀ ਨਹੀਂ ਭਾਜੀ, ਕੰਮ ਆਪੀ ਕਰੀਦਾ, ਨੌਕਰਾਂ ਦੇ ਉੱਤੇ ਨਹੀਂ ਕੰਮ ਸੁੱਟਿਆ ਹੈ। ਜਿਹੜੇ ਨੌਕਰਾਂ ਦੇ ਉੱਤੇ ਬੰਦੇ ਕੰਮ ਸਾਰਾ ਸੁੱਟ ਛੱਡਦੇ ਨੇ, ਉਹ ਬੰਦੇ ਨਾਕਾਮ ਹੁੰਦੇ ਨੇ। ਦੂਸਰੇ ਨੰਬਰ ਤੇ ਅਸੀਂ ਖਰੀਦ ਕਰਨਾ ਇੱਥੋਂ ਡੇਰਿਆਂ ਦੇ ਉੱਤੋਂ ਹੀ। ਘਟਾ ਸਾਨੂੰ ਡੇਰਿਆਂ ਦੇ ਉੱਤੋਂ ਖਰੀਦ ਕਰੀਏ ਨਾ ਸਸਤਾ ਲੱਗ ਜਾਂਦਾ। ਮੰਡੀ ਦੇ ਵਿੱਚੋਂ ਜੇ ਖਰੀਦ ਕਰੀਏ तो उतो सानू कट्टा महंगा मिलता है। अस्सलाम वालेकुम। वालेकुम सलाम। प्यारे भाई की हाल है? अल्लाह का बहुत शुक्र है, बहुत आसान है। जनाब दा की नाम है? आसम मकसूद। आसम साहब इलाका केड़ा जे? पीरो चक। सर तुसी किन्ने अरसे तो कट्टियां दा कारोबार करदे हो पे? भाई तकरीबन इस काम 2-3 साल हो गए ने। माशाअल्लाह। ਤੁਹਾਡਾ ਜਿਹੜਾ 2-3 ਸਾਲ ਦਾ ਤਜਰਬਾ ਹੈ ਉਹਦੇ ਮੁਤਲਕ ਦੱਸੋ ਕਿ ਤੁਹਾਡਾ ਤਜਰਬਾ ਕਿਹਦਾ ਰਿਹਾ ਹੈ। ਇਸ ਤੋਂ ਕਬਲ ਤੁਸੀਂ ਕਿੰਨੇ ਕ ਇਹਨਾਂ ਦੇ ਫਲਾਗ ਸੇਲ ਕੀਤੇ ਨੇ? ਇਸ ਤੋਂ ਪਹਿਲਾਂ ਕੋਈ 3 ਕੁ ਫਲਾਗ ਸੇਲ ਕੀਤੇ ਨੇ ਕਟਿਆਂ ਦੇ ਤੇ ਅੱਛਾ ਕੰਮ ਹੈ। ਮੈਂ ਇੱਕ ਭਰਾਵਾਂ ਨੂੰ ਮਸ਼ਵਰਾ ਦਿਆਂ ਕਰਨਾ ਚਾਹੀਦਾ। ਮਾਸ਼ਾਅੱਲਾ। ਉਹ ਜਿਹੜੇ ਸਰ ਤੁਸੀਂ 3 ਫਲਾਗ ਸੇਲ ਕੀਤੇ ਨੇ, ਕਿੰਨੇ ਕਟਿਆਂ ਦੇ ਫਲਾਗ ਸਨ? ਪਹਿਲੇ ਫਲਾਗ ਦੇ ਵਿੱਚ ਹੈ ਸੀ ਘੱਟੇ ਕੋਈ 35-40। ਦੂਸਰੇ ਫਲਾਗ ਦੇ ਵਿੱਚ ਵੀ ਕਟੇ ਹੈ ਸਨ ਕੋਈ 30। ਇਹ ਕੋ ਫੇਰ ਫਲਾਗ ਪਾਏ ਇਹਦੇ ਵਿੱਚ ਵੀ ਘੱਟੇ ਕੋਈ 35 ਗਏ ਸਨ। ਘੱਟੇ ਦੇ ਵਿੱਚੋਂ ਰਹਿ ਗਏ ਨੇ ਸਾਡੇ ਕੋਲ 11। ਮਾਸ਼ਾਅੱਲਾ। ਬਾਕੀ ਸੇਲ ਹੋ ਗਏ ਨੇ? ਹਾਂਜੀ। ਤੁਸੀਂ ਸਰ ਇਹਨਾਂ ਨੂੰ ਕਿੰਨੇ ਅਰਸੇ ਰੱਖ ਕੇ ਸੇਲ ਕਰਦੇ ਹੋ? 3-4 ਮਹੀਨੇ ਕੀ ਨਾਲ ਇਹਦਾ ਫਲਾਗ ਰੱਖੀਦਾ, ਉਸ ਤੋਂ ਬਾਅਦ ਸੇਲ ਕਰ ਦੇਈਦਾ। ਮਾਸ਼ਾਅੱਲਾ। ਯਾਨੀ ਕਿ ਤੁਹਾਡਾ ਜਿਹੜਾ ਤਜਰਬਾ ਹੈ ਅੱਛਾ ਜਾ ਰਿਹਾ ਹੈ ਤੇ ਤੁਹਾਡੀ ਕਾਮਯਾਬੀ ਦਾ ਕੀ ਰਾਜ਼ ਹੈ? ਕੁਝ ਲੋਕ ਨਾਕਾਮ ਵੀ ਹੁੰਦੇ ਨੇ, ਮਾਸ਼ਾਅੱਲਾ ਤੁਸੀਂ ਕਾਮਯਾਬੀ ਨਾਲ ਕੰਮ ਕਰਦੇ ਹੋ ਪਏ। ਕੁਛ ਵੀ ਨਹੀਂ ਭਾਜੀ, ਕੰਮ ਆਪੀ ਕਰੀਦਾ, ਨੌਕਰਾਂ ਦੇ ਉੱਤੇ ਨਹੀਂ ਕੰਮ ਸੁੱਟਿਆ ਹੈ। ਜਿਹੜੇ ਨੌਕਰਾਂ ਦੇ ਉੱਤੇ ਬੰਦੇ ਕੰਮ ਸਾਰਾ ਸੁੱਟ ਛੱਡਦੇ ਨੇ, ਉਹ ਬੰਦੇ ਨਾਕਾਮ ਹੁੰਦੇ ਨੇ। ਕੰਮ ਆਪੀ ਕਰੀਦਾ, ਤਵੱਜੋ ਦੇ ਨਾਲ ਕਰੀਦਾ। ਦੂਸਰੇ ਨੰਬਰ ਤੇ ਅਸੀਂ ਖਰੀਦ ਕਰਨਾ ਇੱਥੋਂ ਡੇਰਿਆਂ ਦੇ ਉੱਤੋਂ ਹੀ। ਘਟਾ ਸਾਨੂੰ ਡੇਰਿਆਂ ਦੇ ਉੱਤੋਂ ਖਰੀਦ ਕਰੀਏ ਨਾ ਸਸਤਾ ਲੱਗ ਜਾਂਦਾ। ਮੰਡੀ ਦੇ ਵਿੱਚੋਂ ਜੇ ਖਰੀਦ ਕਰੀਏ ਤੇ ਉੱਥੋਂ ਸਾਨੂੰ ਕਟਾ ਮਹਿੰਗਾ ਮਿਲਦਾ ਹੈ। ਤੇ ਸਰ ਜਿਹੜਾ ਤੁਸੀਂ ਕਟਾ ਖਰੀਦਦੇ ਹੋ ਉਹਦੀ ਕਿੰਨੀ ਉਮਰ ਜਾਂ ਕਿੰਨਾ ਵਜ਼ਨ ਹੁੰਦਾ ਹੈ? ਕਟਾ ਖਰੀਦੀ ਦਾ ਤਕਰੀਬਨ ਕੋਈ ਮਨਸਵਾ ਦੇ ਅੱਗੇ ਪਿੱਛੇ ਖਰੀਦੀਦਾ। ਜਿਹੜਾ ਮਨਸਵਾ ਵਜ਼ਨ ਹੈ ਉਹ ਗੋਸ਼ਤ ਨੂੰ ਕਹਿੰਦੇ ਹੋ ਜਾਂ ਜ਼ਿੰਦਾ ਨੂੰ ਕਹਿੰਦੇ ਹੋ? ਜ਼ਿੰਦਾ ਹੀ ਮਨਸਵਾ ਹੁੰਦਾ। ਮਨਸਵਾ ਉਹ ਤੇ ਫਿਰ ਥੋੜੀ ਉਮਰ ਦਾ ਹੀ ਹੋਏਦਾ। ਇਹ ਦੇ ਕਟੇ ਦੀ ਖਰੀਦ ਕਰੀ ਦੀ। ਅੱਛਾ। ਅੱਡਾ ਕ ਕਟਾ ਤੁਸੀਂ ਖਰੀਦਦੇ ਹੋ ਜੀ ਤੇ ਇੱਕ ਅੱਡਾ ਕ ਕਟਾ ਕਿੰਨੇ ਕ ਦਾ ਮਿਲ ਜਾਂਦਾ ਜਿਹੜਾ ਮਨਸਵਾ ਦਾ ਕਟਾ ਹੈ? ਭਾਜੀ ਹੁਣ ਜਿੱਦਾਂ 15-16 ਹਜ਼ਾਰ ਰੁਪਏ ਦੀ ਕੀਮਤ ਹੈ। ਮੈਂ ਸਾਰੇ ਕਟੇ ਡੇਰਿਆਂ ਦੇ ਉੱਤੋਂ ਲੈਂਦਾ ਵਾਂ। ਕੋਈ ਕਟਾ 9000 ਦਾ, 10000 ਦਾ, 5000 ਦਾ, 7000 ਦਾ, ਫਰਕੋ ਫਰਕੀ। ਹੁਣ ਜਿਸ ਕਟੇ ਦੀ ਕੀਮਤ 16000 ਰੁਪਇਆ। ਅੱਛਾ। ਯਾਨੀ ਮਾਸ਼ਾਅੱਲਾ ਤੁਹਾਡਾ ਇੱਕ ਪਲੱਸ ਪੁਆਇੰਟ ਕਾਮਯਾਬੀ ਦਾ ਵੀ ਹੈ ਕਿ ਤੁਸੀਂ ਜਿਹੜੀ ਖਰੀਦਦਾਰੀ ਹੈ ਉਹ ਜ਼ਰਾ ਮੁਨਾਸਬ ਕਰ ਲੈਂਦੇ ਹੋ ਡੇਰਿਆਂ ਤੇ ਫਿਰ ਟੁਰ ਕੇ। ਤੇ ਇਹ ਦੱਸੋ ਜਦੋਂ ਤੁਸੀਂ ਜਾਨਵਰ ਲੈਣ ਜਾਂਦੇ ਹੋ, ਜਿਵੇਂ ਫਰਜ਼ ਕੀਤਾ ਹੁਣ ਇਹ ਕੱਟਾ ਵਿੱਚ ਜਦੋਂ ਤੁਸੀਂ ਖਰੀਦਦੇ ਹੋ, ਇਹ ਕੱਟੇ ਦੀਆਂ ਕਿਹੜੀਆਂ ਚੀਜ਼ਾਂ ਵੇਖ ਕੇ ਤੁਸੀਂ ਲੈਂਦੇ ਹੋ? ਕੱਟੇ ਦੀ ਵੇਲ ਵੇਖੀ ਦੀ ਹੈ। ਵੇਲ ਕਿਨੂੰ ਥੋੜਾ ਦੱਸੋ ਨਾ, ਸਾਡੇ ਨਾਜ਼ਰੀਨ ਨੂੰ ਸਮਝਾਓ ਥੋੜਾ। ਕੱਟੇ ਦੀ ਲੰਬਾਈ ਚੈੱਕ ਕਰੀ ਦੀ। ਅੱਛਾ। ਲੰਬਾਈ ਤੋਂ ਕਿਹੜੀ ਮੁਰਾਦ ਲੈਂਦੇ ਹੋ? ਲੰਬਾਈ ਐਲ ਹੀ ਕਿ ਜਾਂ ਐਲ ਵਾਲੀ ਲੰਬਾਈ? ਅੱਛਾ। ਕੱਟੇ ਦੀ ਲੰਬਾਈ ਚੈੱਕ ਕਰੀ ਦੀ ਹੈ। ਕੱਟੇ ਦਾ ਪੁੱਠਾ ਚੈੱਕ ਕਰੀ ਦਾ। ਅੱਛਾ। ਬਣਾਵਟ ਚੈੱਕ ਕਰੀ ਦੀ ਹੈ। ਕੱਟਾ ਵਧਣ ਫੁੱਲਣ ਵਾਲਾ ਹੈ ਕਿ ਨਹੀਂ, ਠੀਕ ਹੈ, ਇਹ ਗਰੋਥ ਕਰੇਗਾ ਕਿ ਨਹੀਂ। ਕਟਾ ਢਿੱਡਲ ਨਹੀਂ ਹੋਣਾ ਚਾਹੀਦਾ। ਢਿੱਡਲ ਤੋਂ ਕੀ ਮੁਰਾਦ? ਢਿੱਡਲ ਦਾ ਮਸਲਾ ਕੱਟਿਆਂ ਨੇ ਨਾ ਢਿੱਡ ਛੱਡਿਆ ਹੁੰਦਾ। ਢਿੱਡ ਲਮਕੇ ਹੁੰਦੇ ਨੇ, ਉਹ ਕੀ ਨਾਲ ਇਹਦਾ ਕੱਟੇ ਗਰੋਥ ਨਹੀਂ ਕਰਦੇ ਆ। ਯਾਨੀ ਕਿ ਮਾਸ਼ਾਅੱਲਾ ਤੁਹਾਡੇ ਜਿੰਨੇ ਜਾਨਵਰ ਨੇ ਕੁੰਜੇ ਨੇ, ਇਹਨਾਂ ਦਾ ਜਿਹੜਾ ਜਿਸਮ ਹੈ ਨਾ ਉਹ ਪਤਾ ਚੱਲਦਾ ਕਿ ਗੋਸ਼ਤ ਹੈ, ਚਰਬੀ ਨਹੀਂ ਬਹੁਤੀ। ਇਹ ਗੋਸ਼ਤ ਹੀ ਕੱਟੇ ਦਾ ਛੋਟੀ ਦਾ ਤਵਾ ਕੱਟਾ। ਅੱਛਾ। ਖੁੱਲਾ ਡੁੱਲਾ ਲੈਣਾ ਜੇ ਕੱਟਾ। ਮਾਸ਼ਾਅੱਲਾ। ਯਾਨੀ ਕਿ ਸਿਹਤਮੰਦ ਹੈ ਤੇ ਵਜ਼ਨ ਕਰਨ ਵਾਲਾ ਜਾਨਵਰ ਹੈ। ਅੱਛਾ ਆਸਮ ਭਾਈ, ਇਹ ਦੱਸੋ ਕਿ ਕਿਹੜੀ ਨਸਲ ਦੇ ਕੱਟੇ ਬਿਹਤਰ ਰਹਿੰਦੇ ਨੇ ਜਿਹੜੇ ਜ਼ਿਆਦਾ ਵਜ਼ਨ ਕਰਦੇ ਨੇ? ਕੱਟਿਆਂ ਦੀ ਨਸਲ ਦਾ ਭਾਜੀ ਕੋਈ ਵੀ ਨਹੀਂ ਹੁੰਦਾ। ਤੁਸੀਂ ਇਹ ਵੇਖੋਗੇ ਕੱਟਾ ਗਰੋਥ ਕਰਨ ਵਾਲਾ ਹੈ
ਤੁਸੀਂ ਫਾਰਮ ਵਾਸਤੇ ਕੱਟਾ ਲੈਣਾ, ਗਰੋਥ ਕਰੇਗਾ। ਜੇ ਤੁਸੀਂ ਕੱਟਾ ਕੀ ਨਾਲ ਦਾ ਕੋਈ ਢਿੱਡਾ ਲੈ ਲਓਗੇ ਜਾਂ ਹੋਰ ਕੋਈ ਕੱਟਾ ਲੈ ਲਓ, ਗਰੋਥ ਜਿਹੜਾ ਨਹੀਂ ਕਰੇਗਾ ਉਹਦਾ ਤੁਹਾਨੂੰ ਫਾਇਦਾ ਕੋਈ ਨਹੀਂ ਹੈ, ਉਹ ਤੁਹਾਨੂੰ ਪੱਲੇ ਹੀ ਪੈਣਾ। ਜੇ ਤੁਸੀਂ ਕੋਈ ਮੁਨਾਫਾ ਕਮਾਉਣ ਵਾਸਤੇ ਕੱਟਾ ਲੈਣਾ ਤਾਂ ਫਿਰ ਕੱਦ ਛਾੜ ਵਾਲਾ ਕੱਟਾ ਲਓ, ਖੁੱਲਾ ਡੁੱਲਾ ਕੱਟਾ ਲਓਗੇ ਜਿਹੜਾ ਵਜ਼ਨ ਕਰੇ, ਹੱਡਾਂ ਪੈਰਾਂ ਖੁੱਲਿਆਂ ਦਾ ਹੋਏ। ਅੱਛਾ ਸਰ, ਬੜੀਆਂ ਅੱਛੀਆਂ ਤੁਸੀਂ ਗੱਲਾਂ ਦੱਸੀਆਂ ਨੇ ਇਹਨਾਂ ਦੀ ਖਰੀਦਦਾਰੀ ਦੇ ਮੁਤਲਕ। ਜਦੋਂ ਜਾਨਵਰ ਖਰੀਦ ਕੇ ਤੁਸੀਂ ਆਪਣੇ ਫਾਰਮ ਤੇ ਲੈ ਆਉਂਦੇ ਹੋ, ਉਸ ਤੋਂ ਬਾਅਦ ਤੁਹਾਡਾ ਪਹਿਲਾ ਜਿਹੜਾ ਸਟੈਪ ਹੈ ਕੀ ਹੁੰਦਾ ਹੈ? ਉਹਨਾਂ ਦੀ ਭਾਜ ਪਹਿਲੇ ਨੰਬਰ ਤੇ ਮੈਂ ਲੈ ਕੇ ਉਹਨਾਂ ਲਿਆਉਂਦਿਆਂ ਸਾਰੀ ਡਿਵਰਮਿੰਗ ਕਰਨੀ ਹੈ, 2 ਦਫਾ ਡਿਵਰਮਿੰਗ ਕਰਨੀ ਹੈ, ਫਿਰ 3 ਮਹੀਨੇ ਬਾਅਦ ਸੇਲ ਕਰ ਦੇਈਦੇ ਨੇ। ਜਿਹੜਾ ਕੱਟਾ ਰੱਖਣਾ ਹੋਏ 4 ਮੰਥ 5 ਜਿਹੜਾ ਰੱਖਣਾ ਹੋਏ ਫਿਰ ਉਹਨਾਂ ਨੂੰ 2 ਦਫਾ ਡਿਵਰਮਿੰਗ ਕਰੀਦੀ ਹੈ। 3 ਮੰਥ ਬਾਅਦ ਡਿਵਰਮਿੰਗ ਇਹਨਾਂ ਨੂੰ ਲਾਜ਼ਮੀ ਹੋਣੀ ਚਾਹੀਦੀ ਹੈ। ਯਾਨੀ ਕਿ ਖਰੀਦਦਾਰੀ ਦੇ ਪਹਿਲੇ ਦਿਨ ਹੀ ਤੁਸੀਂ ਇਹਨਾਂ ਦੀ ਡਿਵਰਮਿੰਗ ਕਰਦੇ ਹੋ? ਡਿਵਰਮਿੰਗ ਖੁਦ ਕਰਦੇ ਹੋ? ਹਾਂਜੀ, ਆਪ ਹੀ ਕਰੀ। ਇਹ ਕਿਹੜੀ ਕੰਪਨੀ ਦੀ ਡਿਵਰਮਿੰਗ ਹੈ? ਇੰਡੋਐਕਸ। ਇੰਡੋਐਕਸ ਅੱਛੀ ਕੰਪਨੀ ਹੈ? ਹਾਂਜੀ, ਇੰਡੋਐਕਸ ਇੰਪੋਰਟਡ ਕੰਪਨੀ ਹੈ। ਠੀਕ ਹੈ। ਇੰਡੋਐਕਸ ਕੰਪਨੀ ਦੀ ਇੱਕ ਜਾਨਵਰ ਦੀ ਡਿਵਰਮਿੰਗ ਤੇ ਕਿੰਨਾ ਖਰਚਾ ਆ ਜਾਂਦਾ ਹੈ? ਇੰਡੋਐਕਸ ਦਾ ਇੱਕ ਜਾਨਵਰ ਦੀ ਡਿਵਰਮਿੰਗ ਦਾ ਖਰਚਾ ਹੁੰਦਾ ਜੇ 300 ਰੁਪਇਆ। ਤੇ ਜਦੋਂ ਤੁਸੀਂ ਦੂਸਰੀ ਦਫਾ ਡਿਵਰਮਿੰਗ ਕਰਦੇ ਹੋ ਕਿੰਨੇ ਅਰਸੇ ਬਾਅਦ ਕਰਦੇ ਹੋ ਤੇ ਕਿਹੜੀ ਕੰਪਨੀ ਦੀ ਕਰਦੇ ਹੋ? ਇੰਡੋਐਕਸ ਹੀ ਕਰੀਦੀ ਦੁਬਾਰਾ? ਤੇ ਕਿੰਨੀ ਦੇਰ ਬਾਅਦ? ਉਹ ਕਰੀਦੀ 15 ਦਿਨ ਬਾਅਦ। 15 ਦਿਨ ਬਾਅਦ? ਹਾਂਜੀ ਯਾਨੀ ਕਿ ਤੁਸੀਂ 2 ਦਫਾ ਕਰਨੀ ਹੈ। ਖਰਚਾ 300 ਦੱਸਿਆ ਜੇ? ਹਾਂਜੀ। ਯਾਨੀ ਕਿ ਡਿਵਰਮਿੰਗ ਦਾ 2 ਦਫਾ 600 ਖਰਚਾ ਆ ਗਿਆ। ਉਸ ਤੋਂ ਬਾਅਦ ਅਸੀਂ ਇੰਪੋਰਟਡ ਹਫਾਜ਼ ਦੀ ਵੈਕਸੀਨ ਕਰਦੇ ਹਾਂ ਕੱਟਿਆਂ ਨੂੰ ਜਾਂ ਬੱਚਿਆਂ ਨੂੰ, ਜਿਹੜਾ ਵੀ ਸਾਡੇ ਕੋਲ ਜਾਨਵਰ ਹੋਏ, ਜਿਹੜੇ ਮੌਸਮ ਦੇ ਵਿੱਚ ਵੀ ਹੋਏ, ਉਹਨੂੰ ਵੈਕਸੀਨ ਕਰਨੇ ਜਿਹੜੀ ਮੂੰਹ ਖੋਰ ਵਾਸਤੇ ਮਫੀਦ ਹੁੰਦੀਆਂ ਨੇ। ਤੇ ਜਾਨਵਰਾਂ ਨੂੰ ਮੂੰਹ ਖੋਰ ਆਈ ਜਾਂਦੀ ਹੈ, ਪੈਰਾਂ ਨੂੰ ਵੀ ਮਸਲਾ ਹੋ ਜਾਂਦਾ ਹੈ ਜੀ, ਤੇ ਉਹ ਵੈਕਸੀਨ ਹੋਈ ਉਹਨਾਂ ਮਸਲਾ ਕੋਈ ਨਹੀਂ ਹੁੰਦਾ ਹੈ। ਤੇ ਉਹ ਸਰ ਜਿਹੜੀ ਵੈਕਸੀਨ ਹੈ ਮੂੰਹ ਖੁਰ ਦੀ, ਉਹ ਕਿੰਨੀ ਦਫਾ ਕਰਦੇ ਹੋ? 40 ਰੁਪਏ ਦੀ ਵੈਲ ਮਿਲਦੀ ਹੈ, ਸਾਲ ਦੀ ਹੁੰਦੀ ਉਹ। ਸਾਲ ਦੀ? ਸਾਲ ਬਾਅਦ ਉਹ ਕਰੀਦੀ ਇਹ ਕਿੰਨੇ ਦੀ ਮਿਲਦੀ ਹੈ? 4500 ਦੀ ਵੈਲ ਮਿਲਦੀ ਹੈ 10 ਡੰਗਰਾਂ ਦੀ। ਅੱਛਾ, ਹਾਂਜੀ ਸਾਲ ਵਾਸਤੇ। ਹਾਂਜੀ। ਠੀਕ ਹੈ। ਤੇ ਸਰ ਇਹਨਾਂ ਦੀ ਜਿਹੜੀ ਤਿਆਰੀ ਹੈ, ਮਾਸ਼ਾਅੱਲਾ ਤੁਸੀਂ ਜਿਹੜੇ ਜਾਨਵਰ ਪਾਲੇ ਨੇ ਬੜੇ ਸਿਹਤਮੰਦ ਨੇ, ਇਹਨਾਂ ਨੂੰ ਕੀ ਖਿਲਾਉਂਦੇ ਪਿਲਾਉਂਦੇ ਹੋ ਕਿ ਇਹਨਾਂ ਦੀ ਸਿਹਤ ਅੱਛੀ ਹੁੰਦੀ ਹੈ, ਇਹਨਾਂ ਦੀ ਗਰੋਥ ਅੱਛੀ ਹੁੰਦੀ ਹੈ? ਅਸੀਂ ਇਹਨਾਂ ਨੂੰ ਬਰਕਤ ਫੀਡ ਇਸਤੇਮਾਲ ਕਰਨ ਦੇ ਆ। ਅੱਛਾ, ਜੈਸੇ ਕਿ ਅੱਜ ਕੱਲ ਸਟਾਲੇ ਦੀ ਫਸਲ ਦੇ ਵਿੱਚ ਸਟਾਲਾ ਤੂੜੀ ਇਸਤੇਮਾਲ ਕਰਨ ਦੇ ਆ। ਬਰਕਤ ਫੀਡ ਮਾਸ਼ਾਅੱਲਾ ਇਸ ਤੋਂ ਪਹਿਲੇ ਵੀ ਇਹ ਜਿਹੜਾ ਸਾਡਾ ਇਲਾਕਾ ਕਾਫੀ ਦੋਸਤ ਇਸਤੇਮਾਲ ਕਰਦੇ ਨੇ ਪਏ, ਤੇ ਮਾਸ਼ਾਅੱਲਾ ਦਾ ਰਿਜ਼ਲਟ ਅੱਛਾ ਹੈ। ਤੁਸੀਂ ਕੀ ਕਹੋਗੇ ਬਰਕਤ ਫੀਡ ਦੇ ਮੁਤਲਕ? ਬਰਕਤ ਫੀਡ ਦਾ ਜੀ ਬਹੁਤ ਅੱਛਾ ਰਿਜ਼ਲਟ ਹੈ। ਜੇ ਕਿਸੇ ਨੇ ਫਾਰਮਿੰਗ ਕਰਨੀ ਹੈ ਉਹ ਬਰਕਤ ਫੀਡ ਇਸਤੇਮਾਲ ਕਰੇ, ਨਾਲ ਉਹਨਾਂ ਨੂੰ ਰਿਜ਼ਲਟ ਆਪ ਹੀ ਨਜ਼ਰ ਆਈਏਗਾ। ਤੇ ਕਿਹਨਾਂ ਕੋਲੋਂ ਤੁਸੀਂ ਖਰੀਦਦੇ ਹੋ ਪਏ? ਅਸੀਂ ਕੀ ਨਾਲ ਇਹਦਾ ਕੰਪਨੀ ਦੇ ਵਿੱਚ ਮੇਰਾ ਇਹਦੇ 'ਚ ਲਿਆਸ ਹੈ ਭਾਣੇ ਵਾਲੀ, ਤੇ ਉਹਨਾਂ ਦਾ ਥੱਲਾ ਕਿ ਉਹਨਾਂ ਨੂੰ ਕਹੀਦਾ ਤੋਂ ਕੰਪਨੀ ਦੇ ਵਿੱਚ ਡਾਇਰੈਕਟ ਹੀ ਆਰਡਰ ਲਾ ਕੇ ਉੱਥੋਂ ਹੀ ਆਈ ਜਾਂਦੀ ਹੈ ਫੀਡ। ਮੇਰੀ ਫੀਡ ਕੰਪਨੀ ਦੇ ਵਿੱਚ ਹੀ ਆਉਂਦੀ ਹੈ। ਤੇ ਸਰ ਜਾਨਵਰਾਂ ਨੂੰ ਰੋਜ਼ਾਨਾ ਦੀ ਕਿੰਨੀ ਫੀਡ, ਕਿੰਨਾ ਸਬਜ਼ ਚਾਰਾ ਤੇ ਕਿੰਨਾ ਖੁਸ਼ਕ ਚਾਰਾ ਖਿਲਾਉਂਦੇ ਹੋ? 10 ਤੋੜਾ ਇਹਨਾਂ ਨੂੰ ਫੀਡ ਕੀ ਨਾਲ ਇਹਦਾ ਡੇਲੀ ਦਾ ਪੈਂਦੇ 10 ਜਾਨਵਰਾਂ ਨੂੰ। ਅੱਛਾ, 40 ਕਿਲੋ ਵੇ? ਹਾਂਜੀ। ਤੇ ਇਸ ਤੋਂ ਇਲਾਵਾ ਕਿੰਨਾ ਖੁਸ਼ਕ ਚਾਰਾ ਤੇ ਕਿੰਨਾ ਸਬਜ਼ ਚਾਰਾ? ਉਹ ਤੂੜੀ ਸਟਾਲਾ ਜਿੰਨਾ ਪਾਈ ਉਹਨੇ ਪਹਾੜੀ ਦਾ ਘਰ ਦਾ ਤੂੜੀ ਸਟਾਲਾ ਉਹ ਨਹੀਂ ਕਦੀ ਅਸੀਂ ਮਿਹਨਤ ਤੋਲ ਕੇ ਪਾਇਆ ਹੈ। ਅੱਛਾ, ਉਹ ਜਿੰਨਾ ਖਾ ਲੈਣ ਉਹਨਾਂ ਪਾ ਦੇ। ਵੈਸੇ ਇਹਨਾਂ ਦੀ ਚੰਗੀ ਗਰੋਥ ਵਾਸਤੇ ਸਟਾਲਾ ਬਿਹਤਰ ਹੈ ਜਾਂ ਕਿ ਜਿਹੜਾ ਖੁਸ਼ਕ ਚਾਰਾ ਉਹ ਬਿਹਤਰ ਹੈ? ਤੂੜੀ ਤੇ ਸਟਾਲਾ ਕਮਾਦ ਹੋਏ ਤਾਂ ਕਮਾਦ ਵਰਗੀ ਚੀਜ਼ ਹੀ ਕੋਈ ਨਹੀਂ। ਕਮਾਦ ਜੇ ਤੁਹਾਨੂੰ ਕਿਲੋ ਮਿਲ ਜਾਏ, ਕੋਈ ਕਮਾਦ ਅਸੀਂ ਲਾਇਆ 4 ਕਿੱਲੇ, ਅੱਗੋਂ ਨਾਲ ਇਸਤੇਮਾਲ ਕਰਾਂਗੇ। ਐਤਕੀ ਕਮਾਦ ਕਾਫੀ ਜ਼ਿਆਦਾ ਇਸਤੇਮਾਲ ਕੀਤਾ। ਠੀਕ। ਜਦੋਂ ਤੁਸੀਂ ਪਹਿਲੇ ਦਿਨ ਜਾਨਵਰ ਲੈ ਕੇ ਆਉਂਦੇ ਹੋ ਉਦੋਂ ਉਹਦਾ ਵਜ਼ਨ ਘੱਟ ਹੁੰਦਾ ਹੈ, ਉਦੋਂ ਕਿੰਨੀ ਫੀਡ ਖਿਲਾਉਂਦੇ ਹੋ? ਫਿਰ ਹੁਣ ਤੇ ਮਾਸ਼ਾਅੱਲਾ ਤੁਹਾਨੂੰ ਕਿੰਨੇ ਦੇਰ ਹੋ ਗਈ ਹੈ ਲਿਆਂਦਿਆਂ ਫਲਾਕ? ਇਹਨਾਂ ਨੂੰ ਤਕਰੀਬਨ 2.5 ਮਹੀਨੇ ਹੋ ਗਏ। 2.5 ਮਹੀਨੇ। ਹੁਣ 10 ਜਾਨਵਰਾਂ ਦੀ ਇੱਕ ਬੋਰੀ ਲੱਗਦੀ ਏ। ਜੋ ਪਹਿਲਾ ਦਿਨ ਹੁੰਦਾ ਉਦੋਂ ਕਿੰਨੀਆਂ ਬੋਰੀਆਂ ਲੱਗਦੀਆਂ ਨੇ? ਉਦੋਂ ਤਕਰੀਬਨ ਮੈਂ ਸਟਾਰਟ 15-16 ਕਿਲੋ ਤੋਂ ਕੀਤੀ ਸੀ। ਅੱਛਾ, ਫਿਰ 20 ਕਿਲੋ ਆਹਿਸਤਾ ਤੋੜਾ ਕਰਤਾ ਸੀ, ਤੇ ਫਿਰ ਤੋੜਾ ਹੀ ਰੂਟੀਨ ਦੇ ਨਾਲ ਪਾਉਂਦੇ ਆਉਂਦੇ ਆ। ਤੇ ਇਸ ਤੋਂ ਇਲਾਵਾ ਇਹਨਾਂ ਦੀ ਚੰਗੀ ਗਰੋਥ ਵਾਸਤੇ ਕੋਈ ਮਿਰਚ ਮਸਾਲਾ ਵੀ ਤਿਆਰ ਕੀਤਾ ਅੱਜ? ਹਾਂਜੀ। ਉਹ ਖੁਦ ਤਿਆਰ ਕੀਤਾ ਹੈ? ਹਾਂਜੀ, ਉਹ ਆਪ ਹੀ ਤਿਆਰ ਕੀਤਾ। ਕਿਹੜੀ ਚੀਜ਼ ਦਾ ਇਸਤੇਮਾਲ ਕੀਤੀ ਹੈ ਤੇ ਮਸਾਲਾ ਕਿੰਜ ਤਿਆਰ ਕੀਤਾ ਸੀ? ਉਹ ਮਸਾਲਾ ਜੀ 5-6 ਚੀਜ਼ਾਂ ਤਿਆਰ ਕਰਕੇ ਤੇ ਉਹ ਮਸਾਲਾ ਇਸਤੇਮਾਲ ਕਰਨਾ ਅਸੀਂ। ਇਹਨਾਂ ਨੂੰ ਅਲਸੀ, ਹਾਲਿਆ, ਮੇਥਰੇ, ਕਾਲੀ ਜੀੜੀ, ਤੁੰਮਾ, ਦਾਦਰ ਮਿਰਚ ਹੁੰਦੀ ਹੈ ਵਿੱਚ, 1-2 ਚੀਜ਼ ਹੋਰ ਹੈ। ਉਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਪਿਆ ਕੇ ਇਹਨਾਂ ਦੇ ਫਿਰ ਉਹਨਾਂ ਨੂੰ ਕੱਟਿਆਂ ਨੂੰ ਦੇਈਦਾ। ਇਹ ਕਿੰਨੇ ਦਿਨ ਬਾਅਦ ਦੇਣਾ ਚਾਹੀਦਾ ਹੈ? ਇਹ 4-5 ਦਿਨ ਬਾਅਦ ਦੇ ਦੇਈਦਾ ਵਾਈ-ਵਾਦੀ ਵਾਸਤੇ। ਤੇ ਕੁਝ ਜਾਨਵਰ ਹੁੰਦੇ ਨੇ ਕਿ ਉਹ ਵਜ਼ਨ ਨਹੀਂ ਵਧਾਉਂਦੇ, ਤੁਹਾਨੂੰ ਫਿਰ ਕਿੰਜ ਅੰਦਾਜ਼ਾ ਹੁੰਦਾ ਹੈ ਕਿ ਆ ਵਜ਼ਨ ਕਰਦਾ ਪਿਆ ਜਾਂ ਨਹੀਂ ਕਰਦਾ ਪਿਆ? ਜਾਨਵਰ ਉਂਝ ਨਜ਼ਰ ਆਈ ਜਾਂਦਾ, ਉਹ ਜਾਨਵਰ ਪਿੱਛੇ ਦਾ ਹੀ ਜਾਂਦਾ ਦੂਸਰਿਆਂ ਜਾਨਵਰਾਂ ਤੋਂ ਜੀ। ਦੂਸਰੇ ਨੰਬਰ ਤੇ ਫੀਡ ਇਸਤੇਮਾਲ ਕਰਦੇ ਆ। ਫੀਡ ਦੇ ਨਾਲ ਗਰਮੀਆਂ ਦੇ ਵਿੱਚ ਜਿਵੇਂ ਕਿ ਹੁਣ ਗਰਮੀ ਦਾ ਮੌਸਮ ਆਉਂਦਿਆ, ਉਹਦੇ ਨਾਲ ਕੱਟੇ ਨੂੰ ਲਾਜ਼ਮੀ ਪਾਣੀ ਦੇ ਵਿੱਚ ਬਿਠਾਉਣਾ ਚਾਹੀਦਾ।
ਕੋਈ 2 ਤੋਂ 3 ਘੰਟੇ। ਤੁਹਾਡੇ ਕੋਲ ਇਹ ਹੌਜ਼ ਦੇ 74 ਫੁੱਟ ਦਾ ਹੌਜ਼ ਦੇ ਜੀ ਮਾਸ਼ਾਅੱਲਾ ਹੌਜ਼ ਵੀ ਨਜ਼ਰ ਆ ਰਿਹਾ। ਤੇ ਇਹਦੇ ਵਿੱਚ ਕੀ ਨਾਂ ਇਹਦਾ ਕੱਟਿਆਂ ਨੂੰ ਬਿਠਾਈ ਦਾ ਕੋਈ 2-2.5 ਘੰਟੇ। ਉਹਦੇ ਨਾਲ ਵੀ ਗਰੋਥ ਅੱਛੀ ਕਰਦੇ ਨੇ ਫੀਡ ਵਾਲੇ ਜਾਨਵਰ। ਤੇ ਜਿਹੜਾ ਗਰੋਥ ਨਾ ਕਰੇ ਉਹਨੂੰ ਫਿਰ ਸੇਲ ਕਰ ਦਿੰਦੇ ਹੋ? ਉਹ ਸੇਲ ਕਰਦੇ ਤਾਂ ਉਹਦਾ ਸਾਡੇ ਕੋਲ ਕੰਮ ਹੀ ਕੋਈ ਨਹੀਂ ਹੈ। ਅਸੀਂ ਤਾਂ ਰੱਖਣਾ ਵਜ਼ਨ ਵਾਲਾ ਜਾਨਵਰ, ਜਿਹੜਾ ਜਾਨਵਰ ਵਜ਼ਨ ਕਰੇ। ਆਸਮ ਭਾਈ ਇੰਨਾ ਕੁਛ ਕਰਨ ਤੋਂ ਬਾਅਦ ਜਦੋਂ ਜਾਨਵਰ ਤਿਆਰ ਹੋ ਜਾਂਦਾ ਹੈ, ਤੁਸੀਂ ਇਹਨੂੰ 3 ਮਹੀਨੇ ਰੱਖਦੇ ਹੋ, 3 ਮਹੀਨੇ ਬਾਅਦ ਕਿੱਥੇ ਸੇਲ ਕਰਦੇ ਹੋ? ਭਾਜੀ ਕਸਾਈਆਂ ਨੇ ਟਿਕਟ ਦਿੰਦੇ ਆ, ਜਾਨਵਰ ਤਿਆਰ ਹੋਈਆਂ ਨੇ ਨਾ, ਕਸਾਈਆਂ ਨੇ ਨਹੀਂ ਖਲੋਣ ਦੇਣੇ ਆ। ਮੇਰੇ ਕੋਲ ਅੱਗੇ 2 ਫਲਾਵੇ ਤਿਆਰ ਹੋਏ ਨੇ, ਕਸਾਈ ਇਥੋਂ ਲੈ ਗਏ ਨੇ, ਜਾਂ ਵਿਆਹਾਂ ਸ਼ਾਦੀਆਂ ਵਾਲਾ ਕੋਈ ਹੋ ਜਾਂਦਾ ਹੈ, ਕੀਕੇ ਵਾਲਾ ਹੋ ਜਾਂਦਾ ਕੋਈ, ਉਹ ਲੋਕ ਇਥੋਂ ਆ ਕੇ ਲਾਈ ਜਾਂਦੇ ਨੇ। ਤੇ ਕਸਾਈ ਰੇਟ ਅੱਛਾ ਦਿੰਦੇ ਨੇ? ਹਾਂਜੀ, ਉਹ ਸਾਨੂੰ ਜਾਨਵਰ ਸੇਲ ਕਰਨ ਵਾਸਤੇ ਸਾਡਾ ਆਪਣਾ ਵੀ ਆਈਡੀਆ ਹੋਣਾ ਚਾਹੀਦਾ, ਥੋੜੀ ਜਿਹੀ ਸਾਡੇ ਵਿੱਚ ਸੈਂਸ ਹੋਣੀ ਚਾਹੀਦੀ ਹੈ ਕਿ ਮੇਰੇ ਇਹ ਜਾਨਵਰ ਦਾ ਕਿੰਨਾ ਵਜ਼ਨ ਹੈ, ਗੋਇਆ ਕੀ ਰੇਟ ਹੈ, ਮੈਂ ਇਹਨੂੰ ਕਿੰਨੇ ਦਾ ਸੇਲ ਕਰਾਂਗਾ ਤਾਂ ਮੈਨੂੰ ਪ੍ਰੋਫਿਟ ਹੋਣੀ ਹੈ। ਸਾਡਾ ਆਪਣਾ ਆਈਡੀਆ ਹੋਣਾ ਚਾਹੀਦਾ ਇਸ ਚੀਜ਼ ਦੇ ਵਿੱਚ। ਇਸ ਤੋਂ ਇਲਾਵਾ ਕੁਝ ਲੋਕ ਸਲਾਟਰ ਹਾਊਸ ਤੇ ਵੀ ਜਾਨਵਰ ਸੇਲ ਕਰਦੇ ਨੇ, ਤੁਹਾਡੀ ਕੀ ਰਾਏ ਵੇ? ਆਪਣੇ ਇਲਾਕੇ 'ਚ ਜਾਨਵਰ ਸੇਲ ਹੋਏ ਉਹ ਬਿਹਤਰ ਹੈ ਜਾਂ ਕਿ ਤੁਸੀਂ ਉਹਨੂੰ ਸਲਾਟਰ ਹਾਊਸ ਤੇ ਲੈ ਕੇ ਜਾਓ ਫਿਰ ਬਿਹਤਰ ਹੈ? ਭਾਜੀ ਜਿਹੜਾ ਜਾਨਵਰ ਇੱਥੇ ਹੋਈਏ ਘਰ ਬੈਠਾ ਸੇਲ ਹੋਈਏ ਉਹਦੇ ਵਰਗੀ ਤਾਂ ਗੱਲ ਹੀ ਕੋਈ ਨਹੀਂ ਹੈ। ਸਲਾਟਰ ਹਾਊਸ ਤੇ ਤੁਸੀਂ ਲੈ ਕੇ ਜਾਣਾ ਹੈ, ਕਿਰਾਇਆ ਖਰਚਾ ਪੈਣਾ, ਤੁਸੀਂ ਆਪ ਹੀ ਜਾਣਾ, ਦਿਹਾੜੀ ਵੀ ਮਿਹਨਤ ਤੇ ਉੱਥੇ ਟਾਈਮ ਵੇਸਟ ਕਰਨਾ। ਇੱਥੇ ਜਿਹੜਾ ਜਾਨਵਰ ਚੰਗਾ ਸੇਲ ਹੋਈਆਂ ਨਾ ਉਹਦੇ ਵਰਗੀ ਤਾਂ ਗੱਲ ਹੀ ਕੋਈ ਨਹੀਂ ਹੈ। ਅੱਛਾ ਸਰ, ਬੜਾ ਕੀਮਤੀ ਸਵਾਲ ਹੈ। ਇੱਕ ਜਾਨਵਰ ਤੁਸੀਂ ਲੈਂਦੇ ਹੋ, ਜ਼ਿਕਰ ਕੀਤਾ 9-10 ਹਜ਼ਾਰ ਦਾ, ਯਾਨੀ ਕਿ ਖਰੀਦਦਾਰੀ ਤੁਸੀਂ ਮੁਨਾਸਬ ਕਰਦੇ ਹੋ, ਉਹਨੂੰ ਤੁਸੀਂ 3 ਮਹੀਨੇ ਰੱਖਦੇ ਹੋ, 3 ਮਹੀਨੇ ਉਹਦੇ ਉੱਤੇ ਕਿੰਨਾ ਖਰਚਾ ਹੁੰਦਾ ਹੈ ਤੇ 3 ਮਹੀਨੇ ਬਾਅਦ ਕਿੰਨੀ ਪ੍ਰੋਫਿਟ ਦਿੰਦਾ ਹੈ? ਫੀਡ ਦਾ ਖਰਚਾ 3 ਮਹੀਨਿਆਂ ਦੇ ਵਿੱਚ ਫੀ ਜਾਨਵਰ ਦੇ ਉੱਤੇ ਹੁੰਦਾ 16,000 ਰੁਪਇਆ। ਉਸ ਤੋਂ ਬਾਅਦ ਦਵਾਈ ਦਾ ਉਹਦਾ ਖਰਚਾ ਹੁੰਦਾ। ਉਹ ਜਾਨਵਰ ਜਿਹੜਾ ਸਾਡਾ ਸੇਲ ਹੋ ਜਾਂਦਾ 50-55 ਹਜ਼ਾਰ ਦਾ, 60,000 ਦਾ। ਇਹ ਜਿਸ ਤਰ੍ਹਾਂ ਦੇ ਕੱਟੇ ਮੈਂ 8-9 ਹਜ਼ਾਰ ਦੇ ਲਏ ਨੇ, ਹੁਣ ਮੈਨੂੰ ਕਸਾਈ ਇਹਨਾਂ ਕੱਟਿਆਂ ਦਾ 45-50 ਹਜ਼ਾਰ ਦਿੰਦੇ ਨੇ, ਮੈਂ ਨਹੀਂ ਦਿੱਤੇ ਆ। ਪਰਸੋਂ ਸਾਰੇ ਇਕੱਠੇ ਹੀ ਮੰਗਦੇ ਸਨ। 5.5 ਲੱਖ ਰੁਪਈਆ ਮੈਂ ਆਖਿਆ, ਮੈਨੂੰ 10 ਕੱਟਿਆਂ ਦਾ ਮੈਂ ਨਹੀਂ ਦਿੱਤੇ ਆ। ਤੁਸੀਂ ਕੀ ਸਮਝਦੇ ਹੋ ਕਿ ਲਿਓ ਕੀਮਤ ਕਮ ਦੇ ਰਹੇ ਨੇ? ਹਾਂਜੀ, ਕੀਮਤ ਕਮ ਦੇ ਰਹੇ ਸਨ। 6.5 ਲੱਖ ਰੁਪਏ ਦੇ ਕੱਟੇ ਜਾਣੇ ਚਾਹੀਦੇ ਨੇ। ਤੁਸੀਂ ਕਿਹਾ ਹੈ ਕਿ 16,000 ਫੀਡ ਦਾ ਤੇ ਦਵਾਈ ਦਾ 3 ਮਹੀਨੇ ਦਾ ਕਿੰਨਾ ਖਰਚਾ ਹੈ? ਦਵਾਈ ਦਾ 1,000-1,500 ਰੁਪਇਆ ਲਾਓ। ਉਹ ਹਾਂਜੀ, ਟੋਟਲ 3 ਮਹੀਨੇ ਬਾਅਦ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਤੁਸੀਂ 9-10 ਹਜ਼ਾਰ ਦਾ ਜਾਨਵਰ ਲਿਆ ਹੁੰਦਾ ਹੈ? 30,000 ਰੁਪਇਆ ਕੱਟੇ ਦੇ ਉੱਤੇ ਖਰਚਾ ਹੁੰਦਾ। ਅੱਛਾ, ਤੇ 3 ਮਹੀਨੇ ਬਾਅਦ ਮਾਲਕ ਨੂੰ ਕੀ ਦੇਈ ਜਾਂਦਾ? 3 ਮਹੀਨੇ ਬਾਅਦ ਕੱਟਾ ਕੀ ਨਾਲ ਇਹਦਾ 20-25 ਹਜ਼ਾਰ ਰੁਪਇਆ ਮਾਲਕ ਨੂੰ ਨਹੀਂ ਜਾਂਦਾ। ਮਾਸ਼ਾਅੱਲਾ, ਯਾਨੀ ਕਿ ਮੈਨੂੰ ਕਿਸੇ ਦਾ ਨਹੀਂ ਪਤਾ, ਲੋਕ ਕਹਿੰਦੇ ਨੇ ਕਿ ਨਹੀਂ ਬਚਦੇ ਜਾਂ ਇੰਜੇ ਜਾਂ ਉਂਜੇ, ਮੈਨੂੰ ਕੀ ਨਾਲ ਇਹਦਾ 20-22 ਹਜ਼ਾਰ ਰੁਪਇਆ 25,000 ਰੁਪਇਆ 3 ਮਹੀਨੇ ਦੇ ਵਿੱਚ ਬਚਣ ਦਿਆ। ਮਾਸ਼ਾਅੱਲਾ, ਉਹ ਅਸਲ 'ਚ ਤੁਹਾਡੀ ਉਹ ਜਿਹੜੀ ਸਟ੍ਰੈਟੇਜੀ ਹੈ ਉਹ ਅੱਛੀ ਹੈ ਨਾ, ਤੁਸੀਂ ਖਰੀਦਦਾਰੀ ਮੁਨਾਸਬ ਕਰਦੇ ਹੋ। ਖਰੀਦਦਾਰੀ ਦਾ ਵਿੱਚ ਹੁੰਦਾ ਹੈ। ਉਸ ਤੋਂ ਬਾਅਦ ਕੀ ਨਾਲ ਇਹਨਾਂ ਦੀ ਕੇਅਰ ਤੇ ਵੀ ਡਿਪੈਂਡ ਕਰਦਾ। ਤੁਹਾਨੂੰ ਬਚਤ ਜੇ ਇਹਨਾਂ ਦੀ ਕੇਅਰ ਅਸੀਂ ਕਰਾਂਗੇ ਤਾਂ ਸਾਨੂੰ ਬਚਤ ਹੋਣੀ ਹੈ, ਜੇ ਅਸੀਂ ਘਰ ਸੌਖਣਾਂਗੇ ਤਾਂ ਉਂਝ ਬਚਤ ਨਹੀਂ ਹੋਣੀ ਹੈ। ਜ਼ਿੰਦਾਬਾਦ ਜੀ। ਅਗਰ ਕੋਈ ਦੋਸਤ ਤੁਹਾਡੇ ਕੋਲੋਂ ਮਾਲੂਮਾਤ ਲੈਣਾ ਚਾਹੁੰਦਾ ਹੈ ਜਾਂ ਜਾਨਵਰ ਲੈਣਾ ਚਾਹੁੰਦਾ ਹੈ ਤੇ ਜਨਾਬ ਨਾਲ ਰਾਬਤਾ ਕਰ ਸਕਦਾ ਹੈ? ਕੋਈ ਗੱਲ ਨਹੀਂ, ਮੋਸਟ ਵੈਲਕਮ ਨਾਲ। ਸਰ ਜਨਾਬ ਦਾ ਮੋਬਾਈਲ ਨੰਬਰ? 0305 18 13 ਪੂਰਾ 100। 0305 18 13 100। ਜੀ। ਆਖਰੀ ਸਰ ਗੱਲ ਦੇ ਤੌਰ ਤੇ ਆ ਦੱਸੋ, ਜਿਹੜੇ ਦੋਸਤ ਆ ਵੀਡੀਓ ਵੇਖਦੇ ਨੇ ਪਏ ਉਹਨਾਂ ਦਾ ਜ਼ੇਨ ਹੈ ਕੱਟਾ ਫਾਰਮਿੰਗ ਕਰਨਾ, ਉਹਨਾਂ ਨੂੰ ਕੋਈ ਅੱਛਾ ਜਿਹਾ ਮੁਖਲਸ ਮਸ਼ਵਰਾ ਦੇ ਦਿਓ। ਲక్ష్ਮੀ ਨੇ ਜੀ, ਉਹਨਾਂ ਦਾ ਤਜਰਬਾ ਹੈ, ਉਹਨਾਂ ਦੇ ਵਿੱਚ ਕਰ ਸਕਦੇ ਨੇ, ਆਪ ਹੀ ਤਵੱਜੋ ਦੇ ਸਕਦੇ ਨੇ, ਟਿਕ ਕੇ ਕੰਮ ਕਰ ਸਕਦੇ ਨੇ, ਫੇਰ ਕਰਨ ਇਹਦੇ ਵਰਗਾ ਕੰਮ ਕੋਈ ਨਹੀਂ ਹੈ। ਜੇ ਤੁਸੀਂ ਕੀ ਨਾਂ ਲਈਦਾ, ਹੁਣ ਤੁਸੀਂ ਕਹਿਣਾ ਗੱਲ ਨੂੰ ਲੰਮੀ ਕਰਤਾ, ਤੁਸੀਂ 20 ਤੋਂ 22 ਤੋਂ 25 ਲੱਖ ਰੁਪਇਆ ਲਾ ਕੇ ਬਾਹਰ ਜਾਣਾ ਯੂਰਪ ਮੁਲਕ 'ਚ ਕਿਤੇ, ਫਿਰ ਘਰ ਬਹਿ ਕੇ 4-5 ਲੱਖ ਰੁਪਏ ਤੋਂ ਸਟਾਰਟ ਕਰਕੇ ਤੁਸੀਂ ਆਪਣੇ ਘਰਦਿਆਂ ਦੇ ਵਿੱਚ ਰਹਿ ਕੇ ਤੁਸੀਂ ਕੰਮ ਕਰ ਸਕਦੇ ਹੋ ਤੇ ਪ੍ਰੋਫਿਟ ਵੀ ਅੱਛੀ ਖਾਸੀ ਤੁਹਾਨੂੰ ਆਏਗੀ। ਗਜਾਇਆ ਨਹੀਂ ਕਿ ਤੁਸੀਂ ਬਾਹਰ ਯੂਰਪ ਦੇ ਵਿੱਚ ਜਾ ਕੇ ਧੱਕੇ ਖਾਓ, ਲੋਕਾਂ ਦੀਆਂ ਮਜ਼ਦੂਰੀਆਂ ਕਰੋ, ਨਾਲ ਗੱਲਾਂ ਸੁਣੋ ਤੇ ਫਿਰ ਤੁਸੀਂ ਮਿਹਨਤ ਕਰੋ। ਉਹ ਕੋਈ ਨਹੀਂ, ਤੁਸੀਂ ਘਰ ਦੇ ਵਿੱਚ ਰਹਿ ਕੇ 3-4 ਲੱਖ ਨਾਲ ਕਮਾਈ ਕਰ ਸਕਦੇ ਹੋ। ਜੀ ਸਰ, ਬਹੁਤ ਸ਼ੁਕਰੀਆ, ਬੜੀਆਂ ਵਧੀਆ ਤੇ ਕੀਮਤੀ ਗੱਲਾਂ ਦਸੀਆਂ ਜੇ। ਅੱਲਾਹ ਪਾਕ ਤੁਹਾਡੇ ਕਾਰੋਬਾਰ 'ਚ ਮਜ਼ੀਦ ਇਜ਼ਾਫਾ ਤਾ ਫਰਮਾਏ। ਅੱਲਾਹ ਹਾਫਿਜ਼।